दूरी सूत्र। बच्चों, बिंदु P जिस दे निर्देश अंक x1 ਅਤੇ y1 ਹਨ ਅਤੇ ਬਿੰਦु Q ਜਿਸ ਦੇ ਨਿਰਦੇਸ਼ ਅੰਕ x2 ਅਤੇ y2 ਹੈ, ਵਿਚਕਾਰਲੀ ਦੂਰੀ ਨੂੰ ਪਤਾ ਕਰਨ ਲਈ ਪਾਇਥਾਗੋਰਸ ਥਿਊਰਮ ਦਾ ਪ੍ਰਯੋਗ ਕਰਦੇ ਹਾਂ। ਬਿੰਦु P ਅਤੇ ਬਿੰਦु Q ਤੋਂ x ਧੁਰੇ ਤੇ ਲੰਬ PR ਅਤੇ QS ਖਿੱਚਦੇ ਹਾਂ ਅਤੇ P ਤੋਂ QS ਉੱਤੇ ਇੱਕ ਲੰਬ ਖਿੱਚਦੇ ਹਾਂ ਜੋ QS ਨੂੰ ਬਿੰਦੂ T ਤੇ ਕੱਟੇ। ਇਸ ਵਿੱਚ OR x1 ਦੇ ਬਰਾਬਰ ਹੈ, OS x2 ਦੇ ਬਰਾਬਰ ਹੈ। ਇਸ ਲਈ RS x2 ਮਾਈਨਸ x1 ਦੇ ਬਰਾਬਰ ਹੋ ਜਾਵੇਗਾ। ਹੁਣ ਅਸੀਂ ਕਹਿ ਸਕਦੇ ਹਾਂ RS ਬਰਾਬਰ ਹੈ PT ਦੇ। PT ਬਰਾਬਰ ਹੋਵੇਗਾ x2 ਮਾਈਨਸ x1। ਇਸੇ ਤਰ੍ਹਾਂ XQ y2 ਦੇ ਬਰਾਬਰ ਹੈ, TS y1 ਦੇ ਬਰਾਬਰ ਹੈ, TQ QS ਘਟਾਓ TS ਦੇ ਬਰਾਬਰ ਹੋਵੇਗਾ, ਜਿਸ ਦਾ ਮਤਲਬ TQ y2 ਮਾਈਨਸ y1 ਦੇ ਬਰਾਬਰ ਹੋਵੇਗਾ। ਹੁਣ ਸਮਕੋਣੀ ਤ੍ਰਿਭੁਜ PTQ ਵਿੱਚ ਪਾਇਥਾਗੋਰਸ ਥਿਊਰਮ ਰਾਹੀਂ PQ ਦਾ ਵਰਗ ਬਰਾਬਰ ਹੈ PT ਦਾ ਵਰਗ ਜਮਾ TQ ਦਾ ਵਰਗ। ਹੁਣ ਅਸੀਂ PT ਅਤੇ TQ ਦੀਆਂ ਮੁੱਲ ਪਾਵਾਂਗੇ। PQ ਦਾ ਵਰਗ ਬਰਾਬਰ ਹੈ x2 ਮਾਈਨਸ x1 ਦੀ ਘਾਤ 2 ਜਮਾ y2 ਮਾਈਨਸ y1 ਦੀ ਘਾਤ 2। ਦੋਨਾਂ ਪਾਸੇ ਵਰਗਮੂਲ ਕਰਨ ਤੇ ਅਸੀਂ ਦੇਖ ਸਕਦੇ ਹਾਂ ਇੱਕ ਪਾਸੇ PQ ਰਹਿ ਜਾਏਗਾ, ਬਰਾਬਰ ਹੈ x2 ਮਾਈਨਸ x1 ਦਾ ਵਰਗ ਜਮਾ y2 ਮਾਈਨਸ y1 ਦਾ ਵਰਗ ਦਾ ਸਾਰੇ ਦਾ ਵਰਗਮੂਲ। ਹੁਣ ਇਸ ਸੂਤਰ ਦਾ ਪ੍ਰਯੋਗ ਕਰਕੇ ਇੱਕ ਉਦਾਹਰਣ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਦਾਹਰਣ: ਦਿੱਤਾ ਚਿੱਤਰ ਜਮਾਤ ਵਿੱਚ ਰੱਖੇ ਬੈਂਚਾਂ ਦੀ ਸਥਿਤੀ ਨੂੰ ਦਰਸਾਉਂਦਾ ਹੈ। ਸੀਮਾ ਅਤੇ ਰੀਨਾ ਕ੍ਰਮਵਾਰ S ਦੇ ਨਿਰਦੇਸ਼ ਅੰਕ 3 ਅਤੇ 1 ਅਤੇ R ਦੇ ਨਿਰਦੇਸ਼ ਅੰਕ 6 ਅਤੇ 4 ਹਨ ਤੇ ਬੈਠੀਆਂ ਹਨ। ਸੀਮਾ ਅਤੇ ਰੀਨਾ ਵਿਚਕਾਰਲੀ ਦੂਰੀ ਪਤਾ ਕਰਨ ਲਈ ਦੂਰੀ ਸੂਤਰ ਦਾ ਪ੍ਰਯੋਗ ਕਰਦੇ ਹਾਂ। ਬਿੰਦੂ S ਦੇ ਨਿਰਦੇਸ਼ ਅੰਕ 3 ਅਤੇ 1, ਇਸ ਵਿੱਚ x1 ਬਰਾਬਰ ਹੋਵੇਗਾ 3 ਦੇ, y1 ਬਰਾਬਰ ਹੋਵੇਗਾ 1 ਦੇ ਅਤੇ ਬਿੰਦੂ R ਦੇ ਨਿਰਦੇਸ਼ ਅੰਕ 6 ਤੇ 4, x2 6 ਦੇ ਬਰਾਬਰ ਹੋਵੇਗਾ ਅਤੇ y2 4 ਦੇ ਬਰਾਬਰ ਹੋਵੇਗਾ। ਦੂਰੀ ਸੂਤਰ ਜਿਵੇਂ ਕਿ ਸਾਨੂੰ ਪਤਾ ਹੀ ਹੈ, RS ਕਿਸ ਦੇ ਬਰਾਬਰ ਆ ਜਾਏਗਾ 6 ਮਾਈਨਸ 3 ਦਾ ਵਰਗ ਜਮਾ 4 ਘਟਾਓ 1 ਦਾ ਵਰਗ ਦਾ ਵਰਗਮੂਲ। ਦੁਬਾਰਾ 3 ਦੀ ਘਾਤ 2 ਜਮਾ 3 ਦਾ ਵਰਗ ਦਾ ਵਰਗਮੂਲ। 3 ਦੀ ਘਾਤ 2 ਮਤਲਬ 9 ਜਮਾ 3 ਦੀ ਘਾਤ 2 ਬਰਾਬਰ ਹੈ 9। ਦੋਵਾਂ ਨੂੰ ਜੋੜ ਕੇ 18 ਬਣੇਗਾ, 18 ਦਾ ਵਰਗਮੂਲ। ਹੁਣ ਅਸੀਂ ਗੁਣਨਖੰਡ ਕਰਾਂਗੇ। 18 ਦੇ ਗੁਣਨਖੰਡ 3 ਗੁਣਾ 3 ਗੁਣਾ 2। ਜੇਕਰ ਅਸੀਂ ਇਹਨੂੰ ਹੱਲ ਕਰੀਏ ਤੇ ਸਾਡੇ ਕੋਲ RS ਦੀ ਦੂਰੀ 3 ਵਰਗਮੂਲ 2 ਇਕਾਈਆਂ ਰਹਿ ਜਾਵੇਗੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਦਿੱਤੇ ਹੋਏ ਬਿੰਦੂ R ਅਤੇ S ਵਿਚਕਾਰ ਦੂਰੀ 3 ਵਰਗਮੂਲ 2 ਇਕਾਈਆਂ ਹਨ। ਦਾ ਖੇਤਰਫਲ
ਪਿਛਲੀਆਂ ਜਮਾਤਾਂ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਜੇਕਰ ਸਾਨੂੰ ਇੱਕ ਤ੍ਰਿਭੁਜ ਦਾ ਆਧਾਰ ਅਤੇ ਉਸ ਦਾ ਲੰਬ ਪਤਾ ਹੋਵੇ ਤਾਂ ਅਸੀਂ 1/2 ਗੁਣਾ ਆਧਾਰ ਗੁਣਾ ਲੰਬ ਦਾ ਸੂਤਰ ਪ੍ਰਯੋਗ ਕਰਕੇ ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰ ਸਕਦੇ ਹਾਂ। ਅਤੇ ਇਹ ਵੀ ਪੜ੍ਹ ਚੁੱਕੇ ਹਾਂ ਕਿ ਜੇਕਰ ਕਿਸੇ ਤ੍ਰਿਭੁਜ ਦੀਆਂ ਤਿੰਨੋਂ ਭੁਜਾਵਾਂ ਦੀ ਲੰਬਾਈ ਪਤਾ ਹੋਵੇ ਤਾਂ ਹੀਰੋਨ ਦੇ ਸੂਤਰ ਦਾ ਪ੍ਰਯੋਗ ਕਰਕੇ ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰ ਸਕਦੇ ਹਾਂ। ਹੁਣ ਜੇਕਰ ਤ੍ਰਿਭੁਜ ਦੇ ਤਿੰਨੋਂ ਸਿਖਰਾਂ ਦੇ ਨਿਰਦੇਸ਼ਾਂਕ ਦਿੱਤੇ ਹੋਣ ਤਾਂ ਦੂਰੀ ਸੂਤਰ ਦਾ ਪ੍ਰਯੋਗ ਕਰਕੇ ਉਸ ਤ੍ਰਿਭੁਜ ਦੀਆਂ ਤਿੰਨੋਂ ਭੁਜਾਵਾਂ ਪਤਾ ਕਰਨ ਉਪਰੰਤ ਹੀਰੋਨ ਦਾ ਸੂਤਰ ਦਾ ਪ੍ਰਯੋਗ ਕਰਕੇ ਅਸੀਂ ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰ ਸਕਦੇ ਹਾਂ। ਪਰੰਤੂ ਇਹ ਵਿਧੀ ਮੁਸ਼ਕਿਲ ਹੋ ਸਕਦੀ ਹੈ, ਵਿਸ਼ੇਸ਼ ਰੂਪ ਤੇ ਉਸ ਵੇਲੇ ਜਦੋਂ ਭੁਜਾਵਾਂ ਅਪਰਿਮੇਯ ਰੂਪ ਵਿੱਚ ਪ੍ਰਾਪਤ ਹੋ ਜਾਣ। ਇਹਨਾਂ ਮੁਸ਼ਕਲਾਂ ਤੋਂ ਬਚਣ ਲਈ ਅਸੀਂ ਇੱਕ ਸਰਲ ਵਿਧੀ ਦਾ ਪ੍ਰਯੋਗ ਕਰਾਂਗੇ। ਮੰਨ ਲਓ ਤ੍ਰਿਭੁਜ ABC, ਇਸ ਦੇ ਸਿਖਰ A x1 y1 B ਦੇ ਨਿਰਦੇਸ਼ਾਂਕ x2 y2 ਅਤੇ C ਦੇ ਨਿਰਦੇਸ਼ਾਂਕ x3 y3 ਹਨ। ਬਿੰਦੂਆਂ A, B ਅਤੇ C ਤੋਂ x ਧੁਰੇ ਤੇ ਕ੍ਰਮਵਾਰ ਲੰਬ AP, BQ ਅਤੇ CR ਖਿੱਚੋ। ਸਪਸ਼ਟ ਰੂਪ ਵਿੱਚ ਸਮਲੰਬ ਚਤੁਰਭੁਜ ABQP, APRC ਅਤੇ BQRC ਹਨ। ਇਸ ਚਿੱਤਰ ਤੋਂ ਇਹ ਸਪਸ਼ਟ ਹੈ ਕਿ ਤ੍ਰਿਭੁਜ ABC ਦਾ ਖੇਤਰਫਲ ਬਰਾਬਰ ਹੈ ਸਮਲੰਬ ਚਤੁਰਭੁਜ ABQP ਦਾ ਖੇਤਰਫਲ ਜਮਾ ਸਮਲੰਬ ਚਤੁਰਭੁਜ APRC ਦਾ ਖੇਤਰਫਲ ਘਟਾਓ ਸਮਲੰਬ ਚਤੁਰਭੁਜ BQRC ਦਾ ਖੇਤਰਫਲ, ਜਿਸ ਨੂੰ ਅਸੀਂ ਕਹਿ ਸਕਦੇ ਹਾਂ 1/2 ਬ੍ਰੈਕਟ ਸ਼ੁਰੂ BQ ਜਮਾ AP ਬ੍ਰੈਕਟ ਬੰਦ ਗੁਣਾ QP ਜਮਾ 1/2 ਬ੍ਰੈਕਟ ਸਟਾਰਟ AP ਜਮਾ CR ਬ੍ਰੈਕਟ ਬੰਦ ਗੁਣਾ PR ਘਟਾਓ 1/2 BQ ਜਮਾ CR ਬ੍ਰੈਕਟ ਬੰਦ ਗੁਣਾ QR, ਜੋ ਕਿ ਬਰਾਬਰ ਹੈ 1/2 ਬ੍ਰੈਕਟ ਸਟਾਰਟ Y2 ਜਮਾ Y1 ਬ੍ਰੈਕਟ ਬੰਦ ਬ੍ਰੈਕਟ ਸ਼ੁਰੂ x1 ਘਟਾਓ x2 ਬ੍ਰੈਕਟ ਬੰਦ ਜਮਾ 1/2 ਬ੍ਰੈਕਟ ਸ਼ੁਰੂ y1 ਜਮਾ y3 ਬ੍ਰੈਕਟ ਬੰਦ ਬ੍ਰੈਕਟ ਸ਼ੁਰੂ x3 ਘਟਾਓ x1 ਬ੍ਰੈਕਟ ਬੰਦ ਘਟਾਓ 1/2 ਬ੍ਰੈਕਟ ਸ਼ੁਰੂ y2 ਜਮਾ y3 ਬ੍ਰੈਕਟ ਬੰਦ ਗੁਣਾ x3 ਘਟਾਓ x2 ਬ੍ਰੈਕਟ ਬੰਦ। ਇਸ ਨੂੰ ਹੱਲ ਕਰਨ ਤੇ ਤ੍ਰਿਭੁਜ ਦਾ ਖੇਤਰਫਲ ਬਰਾਬਰ ਆਵੇਗਾ 1/2 ਬ੍ਰੈਕਟ ਸ਼ੁਰੂ x1 ਬ੍ਰੈਕਟ ਸ਼ੁਰੂ y2 ਘਟਾਓ y3 ਬ੍ਰੈਕਟ ਬੰਦ ਜਮਾ x2 ਬ੍ਰੈਕਟ ਸ਼ੁਰੂ y3 ਘਟਾਓ y1 ਬ੍ਰੈਕਟ ਬੰਦ ਜਮਾ x3 ਬ੍ਰੈਕਟ ਸ਼ੁਰੂ y1 ਘਟਾਓ y2 ਬ੍ਰੈਕਟ ਬੰਦ ਤੇ ਵੱਡੀ ਬ੍ਰੈਕਟ ਬੰਦ। ਆਓ ਇਸ ਸੂਤਰ ਦਾ ਪ੍ਰਯੋਗ ਕਰਦੇ ਹੋਏ ਇੱਕ ਉਦਾਹਰਨ ਨੂੰ ਵਿਚਾਰ ਕਰੀਏ। ਉਦਾਹਰਨ, ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੇ ਸਿਖਰ 1, -1, -4, 6 ਅਤੇ -3, -5 ਹਨ। ਤ੍ਰਿਭੁਜ ABC ਦਾ ਖੇਤਰਫਲ ਬਰਾਬਰ ਹੋਵੇਗਾ, ਜਿਵੇਂ ਕਿ ਅਸੀਂ ਸੂਤਰ ਜਾਣਦੇ ਹਾਂ, x1 1 ਦੇ ਬਰਾਬਰ ਹੈ, x2 -4 ਦੇ ਬਰਾਬਰ ਹੈ, x3 -3 ਦੇ ਬਰਾਬਰ ਹੈ, y1 -1 ਦੇ ਬਰਾਬਰ ਹੈ, y2 6 ਦੇ ਬਰਾਬਰ ਹੈ, y3 ਘਟਾਓ 5 ਦੇ ਬਰਾਬਰ ਹੈ। x1, x2, x3, y1, y2 ਅਤੇ y3 ਦਾ ਮੁੱਲ ਸੂਤਰ ਵਿੱਚ ਭਰਨ ਤੇ ਤ੍ਰਿਭੁਜ ਦਾ ਖੇਤਰਫਲ ਕਿਸ ਦੇ ਬਰਾਬਰ ਆਵੇਗਾ 1/2 ਬ੍ਰੈਕਟ ਸ਼ੁਰੂ 1 ਬ੍ਰੈਕਟ ਸ਼ੁਰੂ 6 ਮਾਈਨਸ ਬ੍ਰੈਕਟ ਸ਼ੁਰੂ ਘਟਾਓ 5 ਬ੍ਰੈਕਟ ਬੰਦ ਜਮਾ -4 ਗੁਣਾ ਬ੍ਰੈਕਟ ਸ਼ੁਰੂ -5 ਮਾਈਨਸ ਬ੍ਰੈਕਟ ਸ਼ੁਰੂ -1 ਬ੍ਰੈਕਟ ਬੰਦ ਜਮਾ -3 ਮਲਟੀਪਲਾਈ -1 -6 ਬ੍ਰੈਕਟ ਬੰਦ। ਇਸ ਨੂੰ ਹੱਲ ਕਰਨ ਤੇ ਅਸੀਂ ਦੇਖ ਸਕਦੇ ਹਾਂ ਸਾਡੇ ਕੋਲ 1/2 ਗੁਣਾ 48 ਆਵੇਗਾ। ਇਸ ਨੂੰ ਹੱਲ ਕਰਨ ਤੇ 24 ਵਰਗ ਇਕਾਈਆਂ ਆਵੇਗਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਦਿੱਤੀ ਹੋਈ ਤ੍ਰਿਭੁਜ ABC ਦਾ ਖੇਤਰਫਲ 24 ਵਰਗ ਇਕਾਈਆਂ ਹੋਵੇਗਾ।
ਵਿਭਾਜਨ ਸੂਤਰ। ਮੰਨ ਲਓ ਤਿੰਨ ਮਿੱਤਰ ਰਾਮ, ਸ਼ਾਮ ਅਤੇ ਮਨੋਜ ਇੱਕ ਸਿੱਧੀ ਸੜਕ ਤੇ ਖੜੇ ਹਨ। ਰਾਮ ਦੇ ਨਿਰਦੇਸ਼ ਅੰਕ x1 y1 ਹਨ ਅਤੇ ਸ਼ਾਮ ਦੇ ਨਿਰਦੇਸ਼ ਅੰਕ x2 ਅਤੇ y2 ਹਨ। ਮਨੋਜ ਰਾਮ ਅਤੇ ਸ਼ਾਮ ਵਿਚਲੀ ਦੂਰੀ ਨੂੰ m ਅਨੁਪਾਤ n ਵਿੱਚ ਵੰਡਦਾ ਹੈ। ਤਾਂ ਮਨੋਜ ਦੇ ਨਿਰਦੇਸ਼ ਅੰਕ ਪਤਾ ਕਰਨ ਲਈ ਅਸੀਂ ਵਿਭਾਜਨ ਸੈਕਸ਼ਨ ਫਾਰਮੂਲਾ ਦਾ ਪ੍ਰਯੋਗ ਕਰਾਂਗੇ, ਜੋ ਇਸ ਪ੍ਰਕਾਰ ਹੈ। ਮੰਨ ਲਓ ਮਨੋਜ ਦੇ ਨਿਰਦੇਸ਼ ਅੰਕ x ਅਤੇ y ਹਨ। m ਨੂੰ ਅਸੀਂ x2 ਨਾਲ ਗੁਣਾ ਕਰਾਂਗੇ ਅਤੇ n ਨੂੰ x1 ਨਾਲ ਗੁਣਾ ਕਰਾਂਗੇ ਤੇ ਦੋਵਾਂ ਨੂੰ ਜੋੜ ਦਵਾਂਗੇ ਬਟਾ m ਜਮਾ n। ਉਸੇ ਤਰ੍ਹਾਂ ਮਨੋਜ ਦਾ y ਨਿਰਦੇਸ਼ ਅੰਕ b ਹਾਸਲ ਕਰਾਂਗੇ। m ਨੂੰ y2 ਨਾਲ ਗੁਣਾ ਕਰਾਂਗੇ ਅਤੇ n ਨੂੰ y1 ਨਾਲ ਗੁਣਾ ਕਰਾਂਗੇ ਬਟਾ m ਜਮਾ n। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਮਨੋਜ ਦੇ ਨਿਰਦੇਸ਼ ਅੰਕ m x2 ਜਮਾ n x1 ਬਟਾ m ਜਮਾ n ਕੋਮਾ m y2 ਜਮਾ x y1 ਬਟਾ m ਜਮਾ n ਹੋਵੇਗੀ। ਜੇਕਰ ਮਨੋਜ ਦੀ ਸਥਿਤੀ ਰਾਮ ਅਤੇ ਸ਼ਾਮ ਦੇ ਮੱਧ ਵਿੱਚ ਹੋਵੇ ਤਾਂ m ਅਨੁਪਾਤ n 1:1 ਹੋਵੇਗਾ। ਮਨੋਜ ਦੇ x ਨਿਰਦੇਸ਼ ਅੰਕ m x2 ਜਮਾ n x1 ਬਟਾ m ਜਮਾ n ਸੀ। ਹੁਣ ਅਸੀਂ ਇਹਨਾਂ ਵਿੱਚ m ਅਤੇ n ਦੇ ਮੁੱਲ ਪਾਵਾਂਗੇ। ਜਿਵੇਂ ਅਸੀਂ ਦੇਖ ਸਕਦੇ ਹਾਂ ਮੁੱਲ ਪਾਉਣ ਤੇ ਸਾਡੇ ਕੋਲ x2 ਜਮਾ x1 ਬਟਾ 2 ਆ ਜਾਂਦਾ ਹੈ। ਅਸੀਂ ਇਸ ਨੂੰ x1 ਜਮਾ x2 ਬਟਾ 2 ਵੀ ਲਿਖ ਸਕਦੇ ਹਾਂ। ਇਸੇ ਤਰ੍ਹਾਂ ਮਨੋਜ ਦੇ y ਨਿਰਦੇਸ਼ ਅੰਕ m y2 ਜਮਾ n y1 ਬਟਾ m ਜਮਾ n। ਫਿਰ ਅਸੀਂ ਇਹਦੇ ਵਿੱਚ m ਅਤੇ n ਦੀ ਮੁੱਲ ਪਾਵਾਂਗੇ ਤੇ ਅਸੀਂ ਦੇਖ ਸਕਦੇ ਹਾਂ ਸਾਡੇ ਕੋਲ y2 ਜਮਾ y1 ਬਟਾ 2 ਜਾਂ y1 ਜਮਾ y2 ਬਟਾ 2 ਆਵੇਗਾ। ਇਸ ਤਰ੍ਹਾਂ ਕਿਸੇ ਰੇਖਾ ਦੇ ਮੱਧ ਬਿੰਦੂ ਦੇ ਨਿਰਦੇਸ਼ ਅੰਕ x1 ਜਮਾ x2 ਬਟਾ 2 ਕੋਮਾ y1 ਜਮਾ y2 ਬਟਾ 2 ਹੋਵੇਗੀ। ਆਓ ਇਸ ਵਿਭਾਜਨ ਸੂਤਰ ਨੂੰ ਇੱਕ ਉਦਾਹਰਨ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਦਾਹਰਨ, ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਜੋ ਬਿੰਦੂਆਂ 4, -3 ਅਤੇ 8, 5 ਨੂੰ ਜੋੜਨ ਵਾਲੇ ਰੇਖਾਖੰਡ ਨੂੰ ਅੰਦਰੂਨੀ ਤੌਰ ਤੇ 3:1 ਦੇ ਅਨੁਪਾਤ ਵਿੱਚ ਵੰਡਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਬਿੰਦੂ A ਜਿਸ ਦੇ ਨਿਰਦੇਸ਼ ਅੰਕ 4, -3 ਹੈ ਅਤੇ ਬਿੰਦੂ B ਜਿਸ ਦੇ ਨਿਰਦੇਸ਼ ਅੰਕ 8, 5 ਹਨ ਇੱਕ ਰੇਖਾਖੰਡ AB ਬਣਾਉਂਦੇ ਹਨ। ਮੰਨ ਲਓ ਬਿੰਦੂ C ਜਿਸ ਦੇ ਨਿਰਦੇਸ਼ ਅੰਕ x, y ਹਨ ਰੇਖਾਖੰਡ AB ਨੂੰ ਅੰਦਰੂਨੀ ਤੌਰ ਤੇ 3:1 ਵਿੱਚ ਵੰਡਦਾ ਹੈ। ਹੁਣ ਅਸੀਂ ਵਿਭਾਜਨ ਸੂਤਰ ਦਾ ਪ੍ਰਯੋਗ ਕਰਕੇ ਬਿੰਦੂ C ਦੇ ਨਿਰਦੇਸ਼ ਅੰਕ ਪਤਾ ਕਰਾਂਗੇ। ਬਿੰਦੂ C ਦਾ x ਨਿਰਦੇਸ਼ ਅੰਕ m x2 ਜਮਾ n x1 ਬਟਾ m ਜਮਾ n ਹੈ। ਇਸ ਵਿੱਚ m 3 ਦੇ ਬਰਾਬਰ, n 1 x1 4 ਦੇ ਬਰਾਬਰ ਹੋਵੇਗਾ, y1 -3 ਦੇ ਬਰਾਬਰ ਹੋਵੇਗਾ, x2 8 ਦੇ ਬਰਾਬਰ ਹੋਵੇਗਾ, y2 5 ਦੇ ਬਰਾਬਰ ਹੋਵੇਗਾ। x 3 ਗੁਣਾ 8 ਜਮਾ 1 ਗੁਣਾ 4 ਬਟਾ 3 ਜਮਾ 1। ਜੇਕਰ ਅਸੀਂ ਇਸ ਨੂੰ ਹੱਲ ਕਰਦੇ ਹਾਂ ਅਸੀਂ ਦੇਖ ਸਕਦੇ ਹਾਂ x ਬਰਾਬਰ ਹੈ 7। ਇਸੇ ਤਰ੍ਹਾਂ y 3 ਗੁਣਾ 5 ਜਮਾ 1 ਗੁਣਾ -3 ਬਟਾ 3 ਜਮਾ 1। ਇਸ ਨੂੰ ਹੱਲ ਕਰਨ ਤੇ y ਬਰਾਬਰ ਆ ਜਾਏਗਾ 3। ਇਸ ਲਈ ਬਿੰਦੂ C ਦੇ ਨਿਰਦੇਸ਼ ਅੰਕ ਹਨ 7, 3।